दहशतगर्दी फैलाते हैं। साढ़े भरा कतल किया, साढ़े 5 भरा कतल किया, उन्होंने दोस्तों ने भी कतल किया। छोटे दहशतगर्दी फैलाते हैं। साढ़े भरा कतल किया, साढ़े 5 भरा कतल किया, उन्होंने दोस्तों ने भी कतल किया। छोटे छोटे साढ़े बच्चे दहशतगर्दी फैलाते हैं। साढ़े दहशतगर्दी फैलाते हैं। साढ़े भरा कतल किया, साढ़े 5 दहशतगर्दी फैलाते हैं। साढ़े भरा दहशतगर्दी फैलाते हैं। साढ़े भरा कतल किया, साढ़े 5 भरा कतल किया, उन्होंने दोस्तों ने भी कतल किया। छोटे फैसलाबाद प्रेस क्लब में रुखसाना नामी खातून की अपनी बहनों समेत पुलिस की नाइंसाफी के खिलाफ प्रेस क्लब में प्रेस कॉन्फ्रेंस करते हुए उन्होंने अपना मौक़िफ़ इख्तियार किया कि हमारे वालिद और भाई के कातिल शेखुपुरा सेठ वाला के इश्तियाक और उसके कज़न आशिक ने बेगुनाह और मासूम आफ्ताब अहमद को कत्ल किया। इसी हवाले से वो फैसलाबाद प्रेस क्लब में प्रेस कॉन्फ्रेंस कर रहे हैं। आइए आपको बराह रास्त लिए चलते हैं। 24 ਦਸੰਬਰ ਨੂੰ ਬਰੀ ਹੋ ਗਿਆ, लेकिन वो मेरे भाई ਨੂੰ छुट्टन नहीं देण डे। उन्हें पहले दिन ही आख्या सी भी जेल बेशक अदालत बरी कर दे, लेकिन असीं तैनूं जेल चों घर नहीं वापस जाण देना। ਉਹੀ ਗੱਲ ਹੋਈ भी 24 ਤਰੀਕ ਦਾ ਉਹ ਬਰੀ ਹੋਇਆ ਤੇ ਹਜੇ ਤੱਕ ਅਸੀਂ ਉਹਨੂੰ ਘਰ ਨਹੀਂ ਲੈ ਕੇ ਜਾ ਸਕੇ। ਹਰ ਵਾਰੀ ਉਹ ਇੱਕ ਨਵੇਂ ਤੋਂ ਨਵਾਂ ਮੁਕੱਦਮਾ ਕਰੀ ਜਾਂਦੇ। ਪਹਿਲਾ ਮੁਕੱਦਮਾ ਉਹਨਾਂ ਕੀਤਾ ਵੀ ਸਾਨੂੰ ਇਹਦੇ ਬੰਦੇ ਨੇ ਆ ਕੇ ਧਮਕੀਆਂ ਦਿੱਤੀਆਂ ਵੀ ਮੈਨੂੰ 2 ਕਰੋੜ ਰੁਪਈਆ ਦਿਓ ਜਿਹੜਾ ਮੇਰਾ ਖਰਚਾ ਆਇਆ, ਨਹੀਂ ਤੇ ਮੈਂ ਤੁਹਾਨੂੰ ਸਾਰੇ ਜੀਆਂ ਨੂੰ ਮਾਰ ਦੇਣਾ। ਉਹ ਅਸੀਂ ਅਦਾਲਤ ਦੇ ਵਿੱਚ ਉਹ ਕੈਂਸਲ ਕਰ ਦਿੱਤਾ ਅਦਾਲਤ ਨੇ। ਉਸ ਤੋਂ 2 ਦਿਨ ਬਾਅਦ ਉਹਨਾਂ ਨੇ ਫੇਰ ਮੁਕੱਦਮਾ ਕਰ ਦਿੱਤਾ। ਕੋਈ ਪਿਛਲੀ ਡਕੈਤੀ 2019 ਦੀ ਕਿਸੇ ਦੀ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਬੰਦਾ ਵਾ ਜਿਹਨੇ ਡਕੈਤੀ ਕੀਤੀ। ਉਹ ਵੀ ਅਸੀਂ ਖਾਰਜ ਕਰਵਾਇਆ ਪਰਚਾ। ਅਦਾਲਤ ਦਾ ਸ਼ੁਕਰ ਵੀ ਅਦਾਲਤ ਨੇ ਉਹ ਵੀ ਪਰਚਾ ਖਾਰਜ ਕਰ ਦਿੱਤਾ। ਉਹ ਬਾਰ-ਬਾਰ ਉਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰਨ ਡੇ ਰਿਮਾਂਡ 'ਤੇ, ਤਾਂ ਕਿ ਅਸੀਂ ਇਹਨੂੰ ਬਾਹਰ ਲਿਆ ਕੇ ਮਾਰੀਏ, ਪੁਲਿਸ ਦੇ ਥਰੂ ਮਾਰੀਏ, ਸਾਡਾ ਵੀ ਕੋਈ ਉੱਤੇ ਨਾਂ ਨਾ ਆਵੇ। ਇਹਦੇ ਵਿੱਚ ਇੰਝ ਹੋਇਆ ਕਿ ਜਦੋਂ ਅਦਾਲਤ 'ਚ ਲੈ ਕੇ ਆਏ ਤੇ ਇੱਕ ਸ਼ੂਟਰ ਮੌਕਾ 'ਤੇ ਫੜਿਆ ਵੀ ਗਿਆ। ਉਹਦੇ ਕੋਲੋਂ ਲੋਡਡ ਪਿਸਤੌਲ ਵੀ ਬਰਾਮਦ ਹੋ ਗਿਆ ਤੇ ਗੋਲੀਆਂ ਵੀ ਬਰਾਮਦ ਹੋ ਗਈਆਂ। ਜਾਲੀ ਪੁਲਿਸ ਦੀ ਵਰਦੀ ਵੀ ਪੁਲਿਸ ਨੇ ਫੜ ਕੇ ਲਾਈ, ਉਹਦੀ ਤੋਂ ਜਾਲੀ ਪੁਲਿਸ ਬਣ ਕੇ ਆਇਆ। ਲੇਕਿਨ ਫਿਰ ਵੀ ਕੋਈ ਸਾਡੀ ਸੁਣਨ ਵਾਲਾ ਨਹੀਂ ਹੈ। 4 ਪਰਚੇ ਮੁਸਲਸਲ ਸਾਡੇ ਭਰਾ 'ਤੇ ਦਿੱਤੇ ਗਏ ਆ ਤੇ ਬਾਰ-ਬਾਰ ਅਦਾਲਤ ਪਰਚੇ ਖਾਰਜ ਕਰੀ ਜਾਂਦੀ ਆ ਤੇ ਨਵੇਂ ਸਿਰੇ ਫੇਰ ਪਰਚਾ ਦੇਈ ਜਾਣ ਡੇ ਆ। ਹਜੇ ਤੱਕ ਅਸੀਂ ਆਪਣੇ ਭਰਾ ਨੂੰ ਘਰ ਨਹੀਂ ਲੈ ਕੇ ਜਾ ਸਕੇ। ਹੁਣ ਫੇਰ ਸਾਨੂੰ ਇਤਲਾਹ ਮਿਲੀ ਆ ਕਿ ਸਾਡੇ ਭਰਾ ਨੂੰ ਹੁਣ ਫੇਰ ਬਾਹਰ ਅਦਾਲਤ 'ਚ ਲੈ ਕੇ ਆਉਣ ਡੇ। ਸਾਡੀਆਂ ਸਾਰੇ ਰਿਸ਼ਤੇਦਾਰਾਂ ਅਸੀਂ ਅੱਗੇ ਅਪੀਲ ਕੀਤੀ, ਉਹਨਾਂ ਦਾ ਭਲਾ ਹੋਵੇ, ਉਹ ਸਾਡੇ ਨਾਲ ਆਏ ਆ ਤਾਂ ਸਾਰੇ ਹੁਣ ਉੱਥੇ ਉਹਨੂੰ ਸਿਕਿਉਰਿਟੀ ਦੇਣ ਡਏ। ਸਾਡੇ ਭਰਾ ਨੂੰ ਫੇਰ ਅਦਾਲਤ 'ਚ ਲੈ ਕੇ ਆਉਣ ਡੇ ਤਾਂ ਕਿ ਕਿਤੇ ਕੋਈ ਇੱਕ ਮੌਕਾ ਮਿਲੇ ਸਾਨੂੰ ਇਹਨੂੰ ਮਾਰਨ ਦਾ ਤੇ ਕਿਸੇ ਸ਼ੂਟਰ ਦੇ ਜ਼ਰੀਏ ਇਹਨੂੰ ਇੱਥੇ ਮਰਵਾ ਦਈਏ। ਸਾਡੀ ਵਜ਼ੀਰ ਆਲਾ ਪੰਜਾਬ ਅੱਗੇ ਦਰਖਾਸਤ ਆ, ਮਰੀਮ ਨਵਾਜ਼ ਸਾਹਿਬਾ, ਅਸੀਂ 6 ਭੈਣਾਂ, ਇੱਕ ਹੀ ਹੈ ਸਾਡਾ ਭਰਾ। ਅਸੀਂ ਜ਼ਿਲ੍ਹਾ ਸ਼ੇਖੂਪੁਰੇ ਦੇ ਰਹਿਣ ਵਾਲੇ ਆ। ਸਾਡੀ ਪੁਰਾਣੀ ਦੁਸ਼ਮਣੀ ਜ਼ਿਲ੍ਹਾ ਸ਼ੇਖੂਪੁਰਾ 'ਚ ਸੀ, ਲੇਕਿਨ ਸਾਡੇ ਭਰਾ, ਇੱਕ ਭਰਾ ਸਾਡਾ ਕਤਲ ਹੋ ਗਿਆ ਤੇ ਇੱਕ ਸਾਡਾ ਬਾਪ ਕਤਲ ਹੋ ਗਿਆ। ਇਹ 2 ਸਾਡੇ ਭਰਾ ਅਸੀਂ ਬਾਹਰ ਭੇਜ ਦਿੱਤੇ। ਇਹ ਛੁੱਟੀਆਂ ਗੁਜ਼ਾਰੇ ਨੇ ਇੱਥੇ ਫੈਸਲਾਬਾਦ ਆ ਕੇ ਰਹਿਣ ਡੇ ਪਏ ਤੇ ਇਹਨਾਂ ਨੇ ਸਾਡੇ ਦੁਸ਼ਮਣਾ ਜ਼ਿਲ੍ਹਾ ਸ਼ੇਖੂਪੁਰੇ ਵਾਲਿਆਂ ਨੇ ਇਹਨਾਂ ਨਾਲ ਸਾਜ਼ਬਾਜ਼ ਕਰਕੇ ਤੇ ਇਹਨੂੰ ਇਹਨਾਂ ਦੇ ਭਰਾ ਦੇ ਕਤਲ ਦੇ ਮੁਕੱਦਮੇ 'ਚ ਨਾਮਾਲੂਮਾਂ 'ਚ ਦਾਖਲ ਕਰ ਲਿਆ। ਇੱਕ ਭਰਾ ਸਾਡਾ ਜ਼ਮਾਨਤ ਕਰਕੇ ਘਰ ਚਲ ਗਿਆ, ਇੱਕ ਨੂੰ ਇਹਨਾਂ ਨੇ ਇੱਥੇ ਬੰਨ੍ਹ ਦਿੱਤਾ। ਉਹ 5 ਸਾਲ ਹੋ ਗਏ ਤੇ ਹੁਣ ਉਹਨੂੰ ਬਰੀ ਕੀਤਾ। ਤੇ ਛੋਟਾ ਭਰਾ ਜਿਹੜਾ ਜ਼ਮਾਨਤ ਕਰਵਾ ਕੇ ਘਰ ਗਿਆ ਸੀ, ਉਹ ਇਹਦੀ ਤਰੀਕ ਤੇ ਆਪਣੇ ਦੋਸਤਾਂ ਦੇ ਨਾਲ ਆਉਣ ਡਿਆ ਸੀ। 5 ਬੰਦਿਆਂ ਨੂੰ ਇਹਨਾਂ ਨੇ ਕਤਲ ਕਰ ਦਿੱਤਾ ਰਸਤੇ 'ਚ ਆਉਂਦਿਆਂ ਨੂੰ, ਤੇ ਦੁਸ਼ਮਣ ਸਾਰੇ ਬੇਗੁਨਾਹ ਹੋ ਗਏ ਫਿਰ ਘਰਾਂ 'ਚ ਬੈਠੇ ਆ। ਸਾਡਾ ਹੁਣ ਇੱਕ ਵਾਹਿਦ ਸਹਾਰਾ ਸਾਡਾ ਭਰਾ ਵਾਈ ਹੋਈ, ਨਾ ਸਾਡਾ ਬਾਪ, ਨਾ ਹੁਣ ਕੋਈ ਸਾਡਾ ਭਾਈ, ਨਾ ਸਾਡੇ ਨਾਲ ਕੋਈ ਰਿਸ਼ਤੇਦਾਰ ਚੱਲਣ ਵਾਲਾ। ਕੋਈ ਸਾਡੀ ਦਾਤ ਫਰਿਆਦ ਨਹੀਂ ਸੁਣਨ ਡਿਆ। ਸਾਡੇ ਵਜ਼ੀਰ ਆਲਾ ਪੰਜਾਬ ਅੱਗੇ ਦਰਖਾਸਤ ਆ, ਅਸੀਂ 6 ਭੈਣਾਂ, ਸਾਨੂੰ 5 ਸਾਲ ਹੋ ਗਏ ਅਸੀਂ ਸੜਕਾਂ 'ਤੇ ਰੁਲ ਕੇ ਮਰ ਚੱਲੀਆਂ। ਸਾਡੀ ਬੁੱਢੜੀ ਮਾਂ, ਉਹ ਤੁਰਿਆ ਨਹੀਂ ਜਾਣ ਡਿਆ। ਹੁਣ ਉਹ CPO 'ਤੇ ਪੇਸ਼ ਹੋਣ ਗਈ, ਵਰਨਾ ਉਹਨੇ ਵੀ ਇੱਥੇ ਆਉਣਾ ਸੀ। ਉਹ ਵਿਚਾਰੀ ਸੜਕਾਂ 'ਤੇ ਧੱਕੇ ਖਾਂਦੀ ਫਿਰਨ ਡਈ। ਇਹ ਜਿਹੜੇ ਇਜਾਜ਼ ਤੇ ਸ਼ਵਾਜ਼ ਆ, ਆਪਣੇ ਪੁਲਿਸ 'ਚ ਹੋਣ ਦਾ ਨਜਾਇਜ਼ ਫਾਇਦਾ, ਪੂਰਾ ਨਜਾਇਜ਼ ਫਾਇਦਾ ਚੁੱਕਣ ਡੇ। ਇਹਨਾਂ ਥਾਣਾ ਨਿਸ਼ਾਤਾਬਾਦ ਨੂੰ ਨਾ ਰਲਾਇਆ, ਉਹ ਬਾਰ-ਬਾਰ ਰਿਮਾਂਡ ਲੈਣ ਆਉਣ ਡੇ, ਬਾਰ-ਬਾਰ ਰਿਮਾਂਡ ਲੈਣ। ਪਤਾ ਵੀ ਚੱਲ ਗਿਆ ਵੀ ਸ਼ੂਟਰ ਫੜਿਆ ਗਿਆ, ਇਹ ਫੇਰ ਵੀ ਬਾਜ਼ ਨਹੀਂ ਆਉਣ ਡੇ। ਅਸੀਂ ਬਾਰ-ਬਾਰ ਆਉਂਦੇ ਆਪਣੇ ਭਰਾ ਨੂੰ ਲੈਣ, ਇਹ ਬਾਰ-ਬਾਰ ਪਰਚੇ ਕਰਾ ਕੇ ਫੇਰ ਉਹਨੂੰ ਤੱਕ ਦਿੰਦੇ, ਫੇਰ ਬਾਰ-ਬਾਰ ਰਿਮਾਂਡ 'ਤੇ ਲੈਣ ਜਾਣ ਡੇ। ਸਾਡੇ ਕੋਲ ਕੋਈ ਟਾਈਮ ਨਹੀਂ ਰਹਿ ਗਿਆ। ਸਾਡੇ ਭਰਾ ਦੀ ਜਾਨ ਨੂੰ ਬੇਸਾਬਾ ਖਤਰਾ। ਸਾਡੇ ਭਰਾ ਨੂੰ ਕੁਛ ਹੋ ਗਿਆ ਤੇ ਕਿਸੇ ਦੀ ਹਮਦਰਦੀ ਦੀ ਲੋੜ ਨਹੀਂ ਸਾਨੂੰ। ਨਾ ਕੋਈ ਵਜ਼ੀਰ ਆਲਾ ਸਾਡੇ ਕੋਲ ਆਵੇ, ਨਾ ਕੋਈ ਪੁਲਿਸ ਅਫਸਰ ਆਵੇ, ਨਾ ਮੀਡੀਆ ਆਵੇ। ਸਾਨੂੰ ਅੱਜ ਲੋੜ ਆ ਸਾਰਿਆਂ ਦੀ। ਮੇਰੀ तमाम NGOs ਵਾਲਿਆਂ ਅੱਗੇ ਦਰਖਾਸਤ ਆ, ਵਜ਼ੀਰ ਆਲਾ ਪੰਜਾਬ ਅੱਗੇ ਦਰਖਾਸਤ ਆ, ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਆ, ਮਦਦ ਕਰਨੀ ਤੇ ਅੱਜ ਕਰੋ। ਕਾਨੂੰਨ ਦੇ ਨਾਲ ਇੱਦਾਂ ਪੂਰੀ ਕਿਤੇ ਮਿਸਾਲ ਨਹੀਂ ਮਿਲਦੀ ਜਿੱਦਾਂ ਅੱਜ ਸਾਡੇ ਭਰਾ ਨਾਲ ਹੋਣ ਡਈ। ਇੱਕ ਬੰਦਾ ਬਰੀ ਹੋ ਗਿਆ, 12 ਦਿਨ ਹੋ ਗਏ ਅਸੀਂ ਜੇਲ੍ਹ 'ਚੋਂ ਕੱਢ ਨਹੀਂ ਸਕਣ ਡੇ। ਕੀ ਵਜ੍ਹਾ? ਉਹ ਸ਼ਵਾਜ਼ ਤੇ ਇਜਾਜ਼, ਉਹ ਫਿਰੌਨ ਬਣ ਕੇ ਬੈਠੇ, ਫਿਰੌਨ ਬਣ ਕੇ ਬੈਠੇ। ਲੇਕਿਨ ਉਹਨਾਂ ਨੇ
ਚੰਗੀਆਂ ਕਰੇਗਾ। ਜਿੰਨੇ ਮਦਦ ਕਰਨੀ ਅੱਜ ਕਰੋ, ਨਹੀਂ ਤਾਂ ਮੁੜ ਕੇ ਕਿਸੇ ਦੀ ਮਦਦ ਦੀ ਲੋੜ ਨਹੀਂ। ਜਿੰਨੇ ਤੁਰਨਾ ਅੱਜ ਨਾਲ ਤੁਰੋ, ਮੁੜ ਕੇ ਕਿਸੇ ਦੀ ਲੋੜ ਨਹੀਂ, ਮੁੜ ਕੇ ਭੈਣਾਂ ਨੂੰ ਕਿਸੇ ਦੀ ਲੋੜ ਨਹੀਂ। ਅਸੀਂ ਹਾਰ ਗਈਆਂ, ਸਾਨੂੰ ਮਾਫੀ ਦਵਾ ਦਿਓ, ਅਸੀਂ ਹਾਰ ਗਈਆਂ। ਸਾਡਾ ਭਰਾ ਹਾਰ ਗਿਆ, ਸਾਡਾ ਇੱਕ ਸਹਾਰਾ ਦੁਨੀਆ ਤੇ ਜਿੰਦਾ ਵਸਦਾ ਰਵੇ। ਅਸੀਂ ਉਹਨੂੰ ਬਾਹਰ ਭੇਜ ਦਾਂਗੇ, ਅਸੀਂ ਉਹਨੂੰ ਇਹਨਾਂ ਤੋਂ ਦੂਰ ਕਿਤੇ ਲੈ ਜਾਵਾਂਗੇ। ਸਾਨੂੰ ਇੱਕ ਵਾਰੀ ਮਾਫੀ ਦਿਲਾ, ਸਾਡੇ ਭਰਾ ਦੀ ਜ਼ਿੰਦਗੀ ਬਖਸ਼ੀ ਜਾਵੇ। ਅਸੀਂ ਨਹੀਂ ਕਿਸੇ ਦੁਸ਼ਮਣੀ ਚੋਂ ਕੁਛ ਵੀ ਲੈ, ਸਾਨੂੰ ਮਾਫ ਕਰ। ਇਹ ਕਤਲ ਕਰਦਾ, ਬੰਦੇ ਪੈਸੇ ਲੈ ਕੇ ਕਤਲ ਕਰਵਾਉਂਦਾ। ਕੋਈ ਇਹ ਸੋਚੇ ਵੀ ਜਿਹੜਾ ਅੱਜ ਤੱਕ ਆਪਣੇ ਭਰਾਵਾਂ ਦਾ ਬਦਲਾ ਨਹੀਂ ਲੈ ਸਕਿਆ, ਉਹ ਕਿਰਾਏ ਤੇ ਬੰਦੇ ਮਾਰਦਾ ਰਿਹਾ, ਉਹ ਅੱਜ ਤੱਕ ਉਹਦੇ ਭਰਾ ਦੇ ਕਾਤਲ ਆਪਣੇ ਘਰਾਂ 'ਚ ਆਰਾਮ ਨਾਲ ਬੈਠੇ, ਬੇਗਨਾਹ ਹੋ ਕੇ ਅਦਾਲਤ 'ਚ ਆਰਾਮ ਨਾਲ ਘਰ ਆ ਕੇ ਬੈਠੇ, ਉਹਨਾਂ ਨੂੰ ਨਹੀਂ ਮਾਰ ਸਕਿਆ ਤੇ ਉਹ ਕਿਰਾਏ ਦੇ ਬੰਦੇ ਮਾਰਦਾ ਰਿਹਾ। ਉਹ ਵਿਚਾਰਾ ਆਪਣਾ ਮੁਕੱਦਮਾ ਦਾ ਕਤਲਾ ਨਹੀਂ ਲੜ ਸਕਣ ਡਿਆ। ਇਹਨਾਂ ਪੂਰੇ ਫੈਸਲਾਬਾਦ 'ਚ ਸਾਡੇ ਭਰਾ ਨੂੰ ਮਸ਼ਹੂਰ ਕਰਕੇ ਹੁਣ ਮਰਵਾਉਣਾ ਚਾਹੁੰਦੇ ਵੀ ਇਹਦਾ ਆਨੇ ਦਾ ਮੁੱਲ ਨਾ ਪਵੇ, ਪਰ ਜਿਹਦਾ ਅੱਲਾ ਸਾਥ ਦੇਵੇ, ਇਨਸ਼ਾਅੱਲਾ ਅੱਲਾ ਸਾਡਾ ਸਾਥ ਦੇਗਾ। ਮਰੀਮ ਨਵਾਜ਼ ਸਾਹਿਬਾ ਜੇ ਆਉਣਾ ਜੇ ਤੇ ਹੁਣ ਆਓ, ਮੁੜ ਕੇ ਆਏ ਤੇ ਸਾਨੂੰ ਤੁਹਾਡੀ ਕੋਈ ਲੋੜ ਨਹੀਂ। ਸਾਡੀ ਆਵਾਜ਼ ਮਰੀਮ ਨਵਾਜ਼ ਤੱਕ ਜਾਣੀ ਚਾਹੀਦੀ। ਸਾਨੂੰ 15 ਦਿਨ ਹੋ ਚੱਲੇ ਸਾਡੇ ਬੰਦੇ ਨੂੰ ਬਰੀ ਹੋਏ ਨੂੰ, ਇਹ ਬਾਹਰ ਨਹੀਂ ਨਿਕਲਣ ਦਿੰਦੇ ਹੈਗੇ। ਸਾਡੇ ਛੋਟੇ ਛੋਟੇ ਬੱਚੇ ਜਿਹੜੇ ਸੀ ਘਰ ਛੱਡ ਕੇ ਰੋਡਾਂ ਦੇ ਉੱਤੇ ਜ਼ਲੀਲ ਹੋਣੀਆਂ, ਇਹ ਸਾਡੇ ਕੋਈ ਨਹੀਂ ਗੱਲ ਸੁਣਨ ਦਿਆ ਹੈਗਾ। ਮਰੀਮ ਨਵਾਜ਼ ਦੇ ਅੱਗੇ ਮਿਹਨਤ ਆ, ਸਾਡੀ ਆਵਾਜ਼ ਸੁਣੇ, ਸਾਡੇ ਭਰਾ ਨੂੰ ਬਾਹਰ ਕੱਢ ਦੇਵੇ, ਰਿਹਾ ਕਰ ਦੇਣ। ਆ ਸਾਡੇ ਛੋਟੇ ਭਰਾ ਦੀ ਬੀਵੀ ਜਿਹਨੂੰ ਕਤਲ ਕੀਤਾ, ਉਹਦਾ ਕੋਈ 5 ਸਾਲ ਹੋ ਚੱਲੇ, ਉਹਨੇ ਸਜ਼ਾ ਕੱਟ ਵੀ ਲਈ ਆ। ਹੁਣ ਅਦਾਲਤ ਨੇ ਉਹਨੂੰ ਬਰੀ ਵੀ ਕਰ ਦਿੱਤਾ, ਲੇਕਿਨ ਉਹਨੂੰ ਬਾਹਰ ਨਹੀਂ ਕੱਢਣ ਦੇ ਹੈਗੇ। ਇਹ ਮਰੀਮ ਨਵਾਜ਼ ਅੱਗੇ ਸਾਡੀ ਦਰਖਾਸਤ ਹੈ ਕਿ ਸਾਡੇ ਭਾਈ ਨੂੰ ਰਿਹਾ ਕਰ ਦੇਣ। 15-20 ਬੀਬੀਆਂ ਜਿਨ੍ਹਾਂ ਦਾ ਸਹਾਰਾ ਸਿਰਫ ਇੱਕ ਸਾਡਾ ਇਹ ਹੀ ਭਾਈ ਆ, ਹੋਰ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਹੈਗਾ। ਬਾਕੀ ਸਾਡੇ ਛੋਟੇ ਛੋਟੇ ਬੱਚੇ ਆ, ਸਾਡਾ ਹੋਰ ਕੋਈ ਸਹਾਰਾ ਨਹੀਂ ਗਾ ਹੈਗਾ। ਦਹਿਸ਼ਤਗਰਦੀ ਫੈਲਾਉਂਦੇ ਆ। ਸਾਡੇ ਭਰਾ ਨੂੰ ਕਤਲ ਕੀਤਾ, ਸਾਡੇ 5 ਭਰਾ ਕਤਲ ਕੀਤੇ, ਉਹਨਾਂ ਦੇ ਦੋਸਤਾਂ ਨੂੰ ਵੀ ਕਤਲ ਕੀਤਾ। ਛੋਟੇ ਛੋਟੇ ਸਾਡੇ ਬੱਚੇ ਸਾਨੂੰ ਧਮਕੀਆਂ ਦਿੰਦੇ ਕਿ ਬੱਗੇ ਨੂੰ ਮਾਰ ਕੇ ਅਸੀਂ ਤੁਹਾਡੀ ਪੂਰੀ ਫੈਮਿਲੀ ਨੂੰ ਮਾਰਨਾ। ਸਾਨੂੰ ਬਚਾਉਣਾ ਤੇ ਵਜ਼ੀਰ ਆਲਾ ਮਰੀਮ ਨਵਾਜ਼ ਨੇ ਬਚਾਉਣਾ। ਸਾਡੀ ਮਦਦ ਕਰਨੀ ਤੇ ਹੁੰਦੀ, ਕਿਉਂਕਿ ਸਾਡੀ ਕੋਈ ਨਹੀਂ ਫਰਿਆਦ ਸੁਣਿਆ ਇੱਥੇ। ਉਹ ਪੂਰੇ ਫੈਸਲਾਬਾਦ ਦੇ ਥਾਣੇ ਉਹਨਾਂ ਨੇ ਅਪਰੋਚ ਕੀਤੇ, ਬਾਰ-ਬਾਰ ਥਾਣਾ ਨਿਸ਼ਾਤਾਬਾਦ ਵਾਲੇ ਆ ਕੇ ਰਿਮਾਂਡ ਲੈਣ ਆਉਂਦੇ। ਜਦੋਂ ਇੰਨਾ ਖਤਰਾ ਤਾਂ ਫਿਰ ਕਾਹਦੇ ਰਿਮਾਂਡ, ਤੁਸੀਂ ਸਾਡੇ ਭਰਾ ਨੂੰ ਘਰ ਜਾਣ ਦੇਵੋ। ਲੇਕਿਨ ਸਿਰਫ ਇਹ ਵੀ ਉਹੀ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਇਹਨੂੰ ਜ਼ਿੰਦਾ ਸਲਾਮਤ ਘਰ ਨਹੀਂ ਜਾਣ ਦੇਣਾ। पुलिस के रवैये से तंग आकर रुखसाना और उसकी बहनें फैसलाबाद प्रेस क्लब में प्रेस कॉन्फ्रेंस कर रही थी। उनका कहना था कि उनके भाई का कोई क्रिमिनल रिकॉर्ड नहीं है। वो 15 साल बैरूने मुल्क रहने के बाद वापस आया तो मुखालफिन ने उसे 2019 से जेलों में मुतअद्दिद मुकदमात में उलझा रखा। उन्होंने वज़ीर आला पंजाब, IG पंजाब, RP और CPO फैसलाबाद से मुतालबा किया है कि वो उनके बेगुनाह भाई को इंसाफ की फराहमी करें और उनकी जान की हिफाजत के लिए मुनासिब जरूरी अहकामात और इक़दामात करवाए जाएं।